ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ 'ਚ। ਸਾਡੇ ਨਾਲ ਇਸ ਵਕਤ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ, ਮਿਹਰਬਾਨੀ। ਢਿੱਲੋਂ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ ਜੀ, ਕੀ ਹੈ ਪੂਰੀ ਅਪਡੇਟ? ਅਪਡੇਟ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਜਦੋਂ ਕਰੋਨਾ ਦੀ ਮਹਾਮਾਰੀ ਦਾ ਦੌਰ ਚੱਲਦਾ ਸੀ ਜੀ, ਸਾਰਾ ਕੁਝ ਸਟੈਂਡ ਸਟਿਲ ਸੀ ਇੰਡੀਆ ਦੇ ਵਿੱਚ, ਨਹੀਂ ਸਾਰੀ ਦੁਨੀਆ ਦੇ ਵਿੱਚ ਜੀ। ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਫੁਰਨਾ ਫੁਰਿਆ ਸੀ ਕਿ ਸੈਂਟਰਲ ਵਿਸਟਾ ਨਾਂ ਦੀ ਇੱਕ ਇਮਾਰਤ ਦੀ ਤਾਮੀਰ ਕਰਵਾਈ ਜਾਵੇ, ਉਹ ਸਾਰੀ ਕਰਵਾਈ ਜਾਵੇ ਜੀ। ਕਾਹਦੇ ਵਾਸਤੇ? ਕਹਿੰਦੇ ਵੀ ਜਿਹੜਾ ਕੈਬਨਿਟ ਸੈਕਟਰੀਏਟ ਹੈ, ਪ੍ਰਾਈਮ ਮਿਨਿਸਟਰ ਦੀ ਰੈਜ਼ੀਡੈਂਸ ਹੈ, ਸਾਰੀਆਂ ਮਿਨਿਸਟਰੀਆਂ ਦੇ ਦਫ਼ਤਰ ਹੈ, ਉਹ ਸੈਂਟਰਲ ਵਿਸਟਾ ਦੇ ਵਿੱਚ ਆ ਜਾਣ ਜੀ। ਇਹ ਪ੍ਰੋਜੈਕਟ ਸੀ ਜਿਹੜਾ ਇਹਦੇ ਵਿੱਚ ਹੀ ਉਹਨਾਂ ਨੇ ਰੱਖਿਆ ਸੀਗਾ ਕਿ ਇੱਕ ਨਵੀਂ ਸੰਸਦ ਹੈ, ਜਿਹੜੀ ਨਵੀਂ ਪਾਰਲੀਮੈਂਟ ਭਵਨ ਹੈ ਜੀ, ਪਾਰਲੀਮੈਂਟ ਦੇ ਵਾਸਤੇ ਇੱਕ ਨਵਾਂ ਭਵਨ ਉਸਾਰਿਆ ਜਾਵੇ ਤੇ ਉਹਦੀ ਉਸਾਰੀ ਉਸ ਵੇਲੇ ਸ਼ੁਰੂ ਕਰਵਾਤੀ ਸੀ ਜੀ। ਦਾਅਵਾ ਇਹ ਕੀਤਾ ਕਿ 60,000 ਬੰਦਿਆਂ ਨੂੰ ਮਜ਼ਦੂਰੀ ਮਿਲੀ ਸੀ, 60,000 ਬੰਦਿਆਂ ਨੇ ਉਸ ਵੇਲੇ ਇੱਥੇ ਕੰਮ ਕੀਤਾ ਸੀ ਔਰ ਉਹਨਾਂ ਨੇ ਇੱਕ ਕਾਫੀ ਵੱਡਾ ਜਿਹੜਾ ਹੈਗਾ ਪਾਰਲੀਮੈਂਟ ਭਵਨ ਬਣਾ ਦਿੱਤਾ ਤੇ ਕੱਲ ਉਸ ਪਾਰਲੀਮੈਂਟ ਭਵਨ ਦਾ ਉਦਘਾਟਨ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ ਜੀ। ਉਹ ਤੋਂ ਪਹਿਲਾਂ ਇਸ ਪਾਰਲੀਮੈਂਟ ਦਾ ਜਿਹੜਾ ਭਵਨ ਸੀ ਇਹਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਹੋਰਾਂ ਨੇ ਕੀਤਾ ਸੀ, ਰੱਖਿਆ ਸੀ ਤੇ ਉਦਘਾਟਨ ਵੀ ਕੱਲ ਕੀਤਾ ਹੈ। ਲੇਕਿਨ ਇਸ ਉਦਘਾਟਨ ਤੋਂ ਪਹਿਲਾਂ ਹੀ ਇਹਨੂੰ ਗ੍ਰਹਿਣ ਲੱਗ ਗਿਆ ਜੀ। ਗ੍ਰਹਿਣ ਲੱਗਣ ਦਾ ਕਾਰਨ ਇਹ ਸੀ ਕਿ ਜਿਹੜੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਖਾਸ ਕਰਕੇ ਯੂਪੀਏ ਨਾਲ ਤੇ ਯੂਪੀਏ ਦੀਆਂ ਸਹਿਯੋਗੀ ਪਾਰਟੀਆਂ ਉਹਨਾਂ ਨੇ ਇਸ ਸਮਾਗਮ ਦਾ, ਇਸ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ ਜੀ। ਕਾਰਨ ਉਹਨਾਂ ਨੇ ਇਹ ਦੱਸਿਆ ਸੀ ਕਿ ਇਹ ਜਿਹੜਾ ਹੈਗਾ ਪ੍ਰੋਜੈਕਟ ਪਾਰਲੀਮੈਂਟ ਭਵਨ ਜਿਹੜਾ ਬਣਾਇਆ ਗਿਆ ਹੈ, ਪਾਰਲੀਮੈਂਟ ਭਵਨ ਜਿਹੜਾ ਹੈਗਾ ਇਹ ਸਰਵਉੱਚ ਹੈ ਜੀ। ਔਰ ਇਹਦੇ ਸਭ ਤੋਂ ਵੱਡੇ ਆਪਾਂ ਕਹਿ ਸਕਦੇ ਹਾਂ ਜਿਹੜੇ ਇਹਦੇ ਹੈਡ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦੇ ਹੈ ਜੀ। ਕਿਉਂਕਿ ਹਾਊਸ ਨੂੰ ਬੁਲਾਉਣ ਦਾ ਅਧਿਕਾਰ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਹੁੰਦਾ ਹੈ ਔਰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਹੀ ਹਾਊਸ ਦੇ ਉੱਠਣ ਦਾ ਐਲਾਨ ਕਰਨਾ ਹੁੰਦਾ ਹੈ ਕਿ ਹੁਣ ਇਹਨੂੰ ਉਠਾ ਦਿੱਤਾ ਹੈ, ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਜੀ। ਔਰ ਪ੍ਰੈਜ਼ੀਡੈਂਟ ਆਫ ਇੰਡੀਆ ਹੀ ਸਾਂਝੇ ਸਦਰਾਂ ਨੂੰ ਸੰਬੋਧਨ ਕਰਦੇ ਹੈ। ਇਸ ਵਾਸਤੇ ਜਿਹੜੀ ਸਭ ਤੋਂ ਵੱਡੀ ਸ਼ਖਸੀਅਤ ਹੈ ਭਾਰਤ ਦੇ ਹੈਡ ਆਫ ਦਾ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੰਟਰੀ, ਉਹ ਪ੍ਰੈਜ਼ੀਡੈਂਟ ਹੈ ਤੇ ਪ੍ਰੈਜ਼ੀਡੈਂਟ ਨੂੰ ਇੱਥੇ ਬੁਲਾਉਣਾ ਚਾਹੀਦਾ ਸੀ, ਉਹਨਾਂ ਤੋਂ ਉਦਘਾਟਨ ਕਰਵਾਉਣਾ ਚਾਹੀਦਾ ਸੀ ਜੀ। ਸਰਕਾਰ ਇਹਦੇ ਨਾਲ ਸਹਿਮਤ ਨਹੀਂ ਸੀ ਹੋਈ। ਮੋਰਓਵਰ ਆਪਾਂ ਨੂੰ ਇਹ ਵੀ ਪਤਾ ਹੈ ਇਸ ਵੇਲੇ ਕਿ ਸਾਡੀ ਜਿਹੜੇ ਹੈਗੇ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਮੈਡਮ ਮੁਰਮੂ ਹੈ ਜੀ। ਔਰ ਮੈਡਮ ਮੁਰਮੂ ਜਿਹੜੇ ਹੈਗੇ ਹੈ ਇਹ ਆਦਿਵਾਸੀ ਭਾਈਚਾਰੇ ਦੇ ਵਿੱਚੋਂ ਆਉਂਦੇ ਹੈ ਜੀ। ਤੇ ਜਦੋਂ ਮੈਡਮ ਮੁਰਮੂ ਨੂੰ ਪ੍ਰੈਜ਼ੀਡੈਂਟ ਦੇ ਲਈ ਉਮੀਦਵਾਰ ਬਣਾਇਆ ਸੀ ਭਾਰਤੀ ਜਨਤਾ ਪਾਰਟੀ ਨੇ, ਉਦੋਂ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਸਾਰਾ ਕੁਛ ਅਸੀਂ ਇਸ ਕਰਕੇ ਕੀਤਾ ਹੈ ਤਾਂ ਕਿ ਆਦਿਵਾਸੀ ਭਾਈਚਾਰਿਆਂ ਨੂੰ, ਜਿਹੜੇ ਪਛੜੇ ਨਿਆਸਰੇ ਲੋਕ ਹੈ ਜੀ, ਜਿਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਇਗਨੋਰ ਕੀਤਾ ਗਿਆ, ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਜੀ। ਉਸ ਤੋਂ ਪਹਿਲਾਂ ਰਾਮਨਾਥ ਕੋਵਿੰਦ ਜੀ, ਉਹ ਐਸਸੀ ਭਾਈਚਾਰੇ ਦੇ ਵਿੱਚੋਂ ਆਉਂਦੇ ਸੀ, ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਸੀ, ਫਿਰ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ। ਕਿਹਾ ਤਾਂ ਗਿਆ ਸੀ ਕਿ ਅਸੀਂ ਦਲਿਤ ਤੇ ਜਿਹੜਾ ਹੈਗਾ ਬੈਕਵਰਡ ਕਲਾਸਿਸ ਜਾਂ ਜਿਹਨਾਂ ਨੂੰ ਆਪਾਂ ਕਹਿ ਸਕਦੇ ਆਦਿਵਾਸੀ ਭਾਈਚਾਰਾ, ਪਛੜੇ ਹੋਏ ਲੋਕ ਹੈ, ਇਹਨਾਂ ਨੂੰ ਅਸੀਂ ਪ੍ਰਤੀਨਿਧਤਾ ਦਿੰਦੇ ਹਾਂ, ਇਹਨਾਂ ਨੂੰ ਮਾਨ ਸਨਮਾਨ ਦਿੰਦੇ ਹਾਂ ਜੀ। ਲੇਕਿਨ ਜਦੋਂ ਮਾਨ ਸਨਮਾਨ ਦਾ ਮੌਕਾ ਆਉਂਦਾ ਹੈ ਤੇ ਮਾਨ ਸਨਮਾਨ ਦੇ ਮੌਕੇ ਵੇਲੇ ਕਹਿੰਦੇ ਆ ਵੀ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਰੱਖਿਆ ਔਰ ਪ੍ਰਧਾਨ ਮੰਤਰੀ ਹੀ ਇਹਦਾ ਉਦਘਾਟਨ ਕਰਨਗੇ ਜੀ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਦਲਿਤ ਤੇ ਆਦਿਵਾਸੀ ਸ਼ਬਦ ਹੈ ਜੀ, ਇਹ ਸ਼ਬਦ ਜੇ ਹੈਗਾ ਇਹਨਾਂ ਨੂੰ ਉਸ ਥਾਵਾਂ ਦੇ ਉੱਤੇ ਸੁਸ਼ੋਭਿਤ ਕੀਤਾ ਜਾਂਦਾ ਹੈ। ਜੀ। ਇਹਨਾਂ ਨੂੰ ਇਸ ਕਰਕੇ ਨਹੀਂ ਸੁਸ਼ੋਭਿਤ ਕੀਤਾ ਜਾਂਦਾ ਕਿ ਇਹਨਾਂ ਲੋਕਾਂ ਦਾ ਜਾਂ ਇਹਨਾਂ ਫਿਰਕਿਆਂ ਦਾ, ਇਹਨਾਂ ਵਰਗਾਂ ਦਾ ਮਾਨ ਸਨਮਾਨ ਵਧਾਉਣਾ ਹੈ ਜੀ। ਸਗੋਂ ਇਹਨਾਂ ਦੇ ਨਾਂ ਦੇ ਉੱਤੇ ਕਿ ਤੁਹਾਡੇ ਅਸੀਂ ਇੱਕ ਮੈਂਬਰ ਨੂੰ, ਤੁਹਾਡੇ ਭਾਈਚਾਰੇ ਦੇ ਇੱਕ ਸ਼ਖਸ ਨੂੰ ਅਸੀਂ ਰਾਸ਼ਟਰਪਤੀ ਬਣਾ ਦਿੱਤਾ ਹੈ ਜਾਂ ਕਿਸੇ ਹੋਰ ਅਹੁਦੇ ਤੇ ਉਹਨੂੰ ਤਾਇਨਾਤ ਕਰ ਦਿੱਤਾ ਗਿਆ ਹੈ, ਉਹਨੂੰ ਨਿਯੁਕਤ ਕਰ ਦਿੱਤਾ ਗਿਆ। ਉਹਦਾ ਮਤਲਬ ਇਹ ਹੁੰਦਾ ਕਿ ਉਸ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ ਜੀ। ਸੋ ਹੁਣ ਇਹ ਕਹਿਣਾ ਪੈਣਾ ਕਿ ਇਹ ਗੱਲ ਬਿਲਕੁਲ ਜਿਹੜੀ ਚਿੱਟੇ ਦੁੱਧ ਵਾਂਗੂ ਸਾਫ਼ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਦਿਵਾਸੀਆਂ ਦੀਆਂ ਤੇ ਦਲਿਤਾਂ ਦੀਆਂ ਵੋਟਾਂ ਲੈਣ ਵਾਸਤੇ ਹੀ ਪਹਿਲਾਂ ਰਾਮਨਾਥ ਕੋਵਿੰਦ ਤੇ ਫਿਰ ਬੀਬੀ ਜਿਹੜੀ ਹੈਗੀ ਹੈ ਮੁਰਮੂ, ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਸੁਸ਼ੋਭਿਤ ਕੀਤਾ ਹੈ।
ਇਹ ਵੱਖਰੀ ਗੱਲ ਹੈ ਕਿ ਜਦੋਂ ਉਦਘਾਟਨ ਹੋ ਗਿਆ, ਉਦਘਾਟਨ ਤੋਂ ਬਾਅਦ ਮੈਡਮ ਰਾਸ਼ਟਰਪਤੀ ਨੇ ਤੇ ਉਪ ਰਾਸ਼ਟਰਪਤੀ ਨੇ ਦੋਵਾਂ ਨੇ ਵਧਾਈ ਦਿੱਤੀ ਹੈ, ਧੰਨਵਾਦ ਕੀਤਾ, ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ, ਖੁਸ਼ੀ ਜ਼ਾਹਰ ਕੀਤੀ ਹੈ ਕਿ ਨਵੇਂ ਪਾਰਲੀਮੈਂਟ ਭਵਨ ਦਾ ਜਿਹੜਾ ਹੈਗਾ ਉਦਘਾਟਨ ਹੋ ਗਿਆ। ਜੇ ਵੈਸੇ ਆਪਾਂ ਦੇਖੀਏ ਤਾਂ ਆਪੋਜੀਸ਼ਨ ਦਾ ਇਹ ਇਲਜ਼ਾਮ ਆ ਰਿਹਾ ਸੀ ਬੜੇ ਲੰਬੇ ਸਮੇਂ ਤੋਂ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਜੀ ਕਿਸੇ ਉਸ ਸ਼ਖਸ ਨੂੰ ਨੇੜੇ ਨਹੀਂ ਆਉਣ ਦਿੰਦੇ ਜਿਹੜੇ ਸ਼ਖਸ ਦੀ ਪੋਜੀਸ਼ਨ ਤਾਂ ਭਾਵੇਂ ਕਿੰਨੀ ਵੀ ਉੱਚੀ ਹੋਵੇ ਲੇਕਿਨ ਤਖਤੀ ਦੇ ਉੱਤੇ ਨਾ ਉਹਨਾਂ ਦਾ ਆਉਣਾ ਚਾਹੀਦਾ ਤੇ ਤਸਵੀਰ ਉਹਨਾਂ ਦੀ ਆਉਣੀ ਚਾਹੀਦੀ ਹੈ। ਉਹਨਾਂ ਦੀ ਤਸਵੀਰ ਤੋਂ ਬਗੈਰ ਉਹ ਕਹਿੰਦੇ ਕਿਸੇ ਨੂੰ ਨੇੜੇ ਨਹੀਂ ਢੁੱਕਣ ਦਿੰਦੇ। ਇਹੀ ਕਾਰਨ ਹੈ ਕਿ ਉਹਨਾਂ ਨੇ ਇਸ ਜਿਹੜਾ ਹੈਗਾ ਪਾਰਲੀਮੈਂਟ ਭਵਨ ਦਾ ਨੀਂਹ ਪੱਥਰ ਆਪਣੇ ਵੱਲੋਂ ਰੱਖਿਆ ਹੋਇਆ। ਇਹਦੇ ਨਾਲ ਉਹਨੂੰ ਇੱਕ ਕਿਸਮ ਦੀ ਕਸ਼ੀਦਗੀ ਪੈਦਾ ਹੋ ਗਈ ਹੈ ਔਰ ਇਹਦੇ ਤੇ ਰੂਲਿੰਗ ਪਾਰਟੀ ਵੱਲੋਂ ਵੀ ਇਹ ਪ੍ਰਤੀਕਰਮ ਦਿੱਤਾ ਗਿਆ। ਉਹਨਾਂ ਨੇ ਕਿਹਾ ਜੀ ਪਹਿਲਾਂ ਇੱਥੇ ਪਾਰਲੀਮੈਂਟ ਦੇ ਵਿੱਚ ਇੱਕ ਲਾਇਬ੍ਰੇਰੀ ਦਾ ਉਦਘਾਟਨ ਹੋਇਆ ਸੀ, ਸ਼ਾਇਦ ਉਹ ਰਾਹੁਲ ਗਾਂਧੀ ਦੇ ਬਾਪ ਰਾਜੀਵ ਗਾਂਧੀ ਨੇ ਕੀਤਾ ਸੀ। ਉਹ ਤੋਂ ਪਹਿਲਾਂ ਇੱਕ ਅਨੈਕਸੀ ਦਾ ਉਦਘਾਟਨ ਹੋਇਆ ਸੀ ਤੇ ਉਹ ਰਾਜੀਵ ਗਾਂਧੀ ਦੀ ਮਾਤਾ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਕੀਤਾ ਸੀ। ਅਨੈਕਸੀ ਦਾ ਕਰਨਾ, ਲਾਇਬ੍ਰੇਰੀ ਦਾ ਉਦਘਾਟਨ ਕਰਨਾ ਇਹ ਹੋਰ ਗੱਲ ਹੈ, ਲੇਕਿਨ ਨਵੇਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਇਹ ਹੋਰ ਗੱਲ ਹੈ। ਹੋਰ ਤਾਂ ਹੋਰ ਕਿ ਇਸ ਸਮਾਗਮ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਜਿਹੜੇ ਕਿ ਰਾਜ ਸਭਾ ਦੇ ਸਾਡੇ ਪ੍ਰੈਜ਼ਾਈਡਿੰਗ ਅਫਸਰ ਹੁੰਦੇ ਆ, ਰਾਜ ਸਭਾ ਦੇ ਸਭਾਪਤੀ ਹੁੰਦੇ ਆ, ਉਹਨਾਂ ਨੂੰ ਆਉਣ ਵਾਸਤੇ ਸੱਦਾ ਵੀ ਨਹੀਂ ਸੀ ਦਿੱਤਾ ਗਿਆ। ਸੋ ਗੱਲ ਇਹ ਸਪਸ਼ਟ ਹੈ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਇਹ ਚਾਹੁੰਦੇ ਸੀ ਕਿ ਇਤਿਹਾਸ ਦੇ ਵਿੱਚ ਮੇਰਾ ਨਾਮ ਲਿਖਿਆ ਜਾਵੇ। ਲੇਕਿਨ ਇਤਿਹਾਸ ਜਿਹੜਾ ਹੈਗਾ, ਜਦੋਂ ਇਤਿਹਾਸ ਲਿਖਿਆ ਜਾਂਦਾ ਹੈ, ਇੱਕ ਇਤਿਹਾਸ ਉਹ ਹੁੰਦਾ ਜਿਹੜਾ ਵਕਤ ਦੇ ਹਾਕਮ ਆਪਣੀ ਮਰਜ਼ੀ ਨਾਲ ਲਿਖਵਾਉਂਦੇ ਹੈ। ਜਿਵੇਂ ਕਿ ਕੱਲ ਆਪਾਂ ਦੇਖ ਸਕਦੇ ਹਾਂ ਕਿ ਕੀ ਕੁਛ ਹੋਇਆ ਇੰਡੀਆ ਦੇ ਵਿੱਚ, ਕੱਲ ਬੜਾ ਕੁਛ ਹੋਇਆ ਵਾ ਜੀ। ਉਹਨੂੰ ਦਿਖਾਉਣ ਦੀ ਬਜਾਏ ਜਿਹੜਾ ਅਸੀਂ ਕਹਿ ਸਕਦੇ ਹਾਂ ਮੇਨ ਸਟ੍ਰੀਮ ਮੀਡੀਆ, ਜਿਹਨੂੰ ਅੱਜ ਕੱਲ੍ਹ ਲੋਕ ਗੋਦੀ ਮੀਡੀਆ ਦੇ ਨਾਮ ਵਜੋਂ ਵੀ ਜਾਣਦੇ ਹੈ, ਉਸ ਗੋਦੀ ਮੀਡੀਆ ਨੇ ਜਿਵੇਂ ਕੱਲ ਪ੍ਰਾਈਮ ਮਿਨਿਸਟਰ ਦੀ ਮਤਲਬ ਮਹਿਮਾ ਮੰਡਲ ਕੀਤਾ ਹੈ। ਉਸ ਮਹਿਮਾ ਮੰਡਲ ਦਾ ਮਤਲਬ ਹੈ ਕਿ ਉਹ ਆਪਣਾ ਹੀ ਸਾਰੇ ਪਾਸੇ ਕੁਛ ਕਰਨਾ ਚਾਹੁੰਦੇ ਆ। ਲੇਕਿਨ ਇਹ ਦੇਖਣਾ ਪੈਣਾ ਕਿ ਜਿਹੜੀ ਇਹ ਨਵੀਂ ਇੱਕ ਕਤਾਰਬੰਦੀ ਹੋਈ ਹੈ, 20 ਪਾਰਟੀਆਂ ਦਾ ਇਹਦੇ ਤੋਂ ਅਲੱਗ ਰਹਿਣਾ ਔਰ ਸਾਂਝਾ ਉਹਨਾਂ ਵੱਲੋਂ ਬਿਆਨ ਦੇਣਾ ਕਿ ਅਸੀਂ ਇਹਦਾ ਬਾਈਕਾਟ ਕਰਦੇ ਹਾਂ ਕਿਉਂਕਿ ਰਾਸ਼ਟਰਪਤੀ ਦਾ ਤੇ ਉਪ ਰਾਸ਼ਟਰਪਤੀ ਦਾ ਜਿਹੜਾ ਬਣਦਾ ਮਾਨ ਸਨਮਾਨ ਉਹ ਨਹੀਂ ਸੀ ਕੀਤਾ। ਇਹਦੇ ਨਾਲ ਲੱਗਦਾ ਵੀ ਕਸ਼ੀਦਗੀ ਦਾ ਵਧੂਗੀ। ਲੇਕਿਨ ਇਹ ਗੱਲ ਨੋਟ ਕਰ ਲਓ ਤੁਸੀਂ, ਮੈਨੂੰ ਇਹ ਲੱਗਦੀ ਹੈ ਕਿ ਇੱਥੋਂ 2024 ਦੀ ਜਿਹੜੀ ਇਲੈਕਸ਼ਨ ਹੈ ਜੀ ਲੋਕ ਸਭਾ ਦੀ, ਉਹਦਾ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਹੈ ਰੂਪ ਰੇਖਾ ਕੀ ਹੋਵੇ, ਉਹਦਾ ਮੁੱਢ ਵੀ ਕੱਲ ਵੱਜ ਗਿਆ ਕਿਉਂਕਿ ਕੱਲ ਵਾਲੇ ਬਾਈਕਾਟ ਤੋਂ ਬਾਅਦ ਜਿਹੜੇ ਮਿਸਟਰ ਆਪਣੇ ਨਿਤੀਸ਼ ਕੁਮਾਰ ਹੈ ਬਿਹਾਰ ਦੇ ਚੀਫ ਮਿਨਿਸਟਰ ਜੀ, ਉਹਨਾਂ ਨੇ ਉਹਨਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਅਗਲੇ ਦਿਨਾਂ ਦੇ ਵਿੱਚ ਚਾਹ ਦੇ ਕੱਪ ਤੇ ਬੁਲਾ ਲਿਆ ਪਟਨੇ ਕਿ ਆਓ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰੀਏ, ਚਾਹ ਪੀਏ ਜੀ। ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੀਆਂ ਸਹਾਇਕ ਪਾਰਟੀਆਂ ਤੇ ਮੁਕਾਬਲੇ ਦੇ ਉੱਤੇ ਦੂਜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਆਉਣਗੀਆਂ ਔਰ ਇਹਦੇ ਨਾਲ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਹੈ ਜੰਗ ਹੋਣੀ ਹੈ। ਉਸ ਜੰਗ ਦੇ ਵਿੱਚੋਂ ਜਿੱਤਦਾ ਕੌਣ ਹੈ, ਹਾਰਦਾ ਕੌਣ ਹੈ, ਇਹਦਾ ਅਸਰ ਕੀ ਹੋਣਾ ਤਾਂ ਆਪਾਂ ਭਵਿੱਖ 'ਚ ਵੇਖਾਂਗੇ। ਲੇਕਿਨ ਇਹ ਵੀ ਮੁਕੰਮਲ ਤੌਰ ਤੇ ਕਤਾਰਬੰਦੀ ਦੋ ਹਿੱਸਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਭਾਰਤ ਦੀਆਂ ਵੰਡੀਆਂ ਗਈਆਂ। ਕੱਲ੍ਹ ਵਾਲੇ ਇਸ ਐਪੀਸੋਡ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਰਾਜਸੀ ਪਾਰਟੀਆਂ ਦੀ ਜਿਹੜੀ ਹੈ ਕਤਾਰਬੰਦੀ ਉਹ ਕਾਫੀ ਤਿੱਖੀ ਤੇ ਤੇਜ਼ ਹੋ ਗਈ ਹੈ ਜੀ। ਕੱਲ ਪ੍ਰਧਾਨ ਮੰਤਰੀ ਵੱਲੋਂ ਸੰਸਦ ਦਾ ਉਦਘਾਟਨ ਵੀ ਕੀਤਾ ਗਿਆ ਨਵੇਂ ਸੰਸਦ ਦਾ, ਤੇ ਸੰਸਦ ਵੱਲ ਹੀ ਮਾਰਚ ਕਰ ਰਹੇ ਪਹਿਲਵਾਨਾਂ ਖਿਲਾਫ ਢਿੱਲੋਂ ਸਾਹਿਬ ਕੇਸ ਵੀ ਦਰਜ ਹੋਇਆ ਕੱਲ ਹੀ। ਕਿਵੇਂ ਦੇਖਦੇ ਹੋ ਇਹ ਦੋ ਵਰਤਾਰੇ? ਨਹੀਂ, ਕੇਸ ਇਹ ਦਰਜ ਅਸਲ ਦੇ ਵਿੱਚ ਹੋਣਾ ਹੀ ਹੋਣਾ ਸੀ। ਬਦਕਿਸਮਤੀ ਭਾਰਤ ਦੀ ਦੇਖੋ ਕਿੱਡੀ ਹੈ ਜੀ ਕਿ ਸਾਡੀਆਂ ਜਿਹੜੀਆਂ ਇਹ ਕੁੜੀਆਂ ਹੈ ਪਹਿਲਵਾਨ ਕੁੜੀਆਂ, ਇਹ ਪਹਿਲਵਾਨ ਕੁੜੀਆਂ ਉਹ ਹੈ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਦੇ ਉੱਤੇ ਨਾਂ ਖੱਟਿਆ। ਜਦੋਂ ਇਹ ਪਹਿਲਵਾਨ ਕੁੜੀਆਂ ਵੱਖ-ਵੱਖ ਮੈਚਾਂ ਦੇ ਵਿੱਚੋਂ ਇੱਕੋ ਟਾਈਮ ਦੇ ਉੱਤੇ ਕਈ ਮੈਡਲ ਲੈ ਕੇ ਆਈਆਂ ਸੀ ਤੇ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਨੂੰ ਆਪਣੇ ਘਰ ਬੁਲਾ ਕੇ, ਖਾਸ ਕਰਕੇ ਜਿਹੜੀ ਸਾਕਸ਼ੀ ਹੈਗੀ ਹੈ ਮਲਿਕ, ਉਹਨੂੰ ਆਪਣੇ ਘਰ ਬੁਲਾਇਆ, ਆਪਣੇ ਘਰ ਬੁਲਾ ਕੇ ਉਹਦੀ ਪਿੱਠ ਤਪਤ ਪਾਈ, ਚਾਹ ਦਾ ਕੱਪ ਪੇਸ਼ ਕੀਤਾ, ਸਾਰਾ ਕੁਛ ਕੀਤਾ ਕਰਾਇਆ ਔਰ ਇਹ ਕਿਹਾ ਕਿ ਤੁਸੀਂ ਮੇਰੀਆਂ ਧੀਆਂ ਹੋ। ਇਸੇ ਤਰੀਕੇ ਜਿਹੜੀ ਹੈਗੀ ਹੈ ਕੁੜੀ ਫੋਗਾਟ, ਉਹਨੂੰ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਹੈ ਸ਼ਾਬਾਸ਼ ਦਿੱਤੀ ਔਰ ਇਹ ਕਹਿ ਕੇ ਤੁਸੀਂ ਮੇਰੀਆਂ ਪਰਿਵਾਰ ਦੀਆਂ ਮੈਂਬਰ ਹੋ ਜੀ। ਉਹਨਾਂ ਕੁੜੀਆਂ ਨੇ ਮੇਰਾ ਖਿਆਲ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਜਿਹੜੀ ਹੈ ਪਹਿਲਵਾਨੀ ਦੇ ਵਿੱਚ ਘੋਲਾਂ ਦੇ ਵਿੱਚ ਕੁੜੀਆਂ ਅੱਗੇ ਆਉਣ। ਔਰ ਮੈਂ ਇੱਥੇ ਸ਼ਾਇਦ ਪਹਿਲਾਂ ਵੀ ਕਈ ਵਾਰੀ ਕਿਹਾ ਤੇ ਅੱਜ ਮੈਂ ਫੇਰ ਇਹ ਦੁਹਰਾਉਣਾ ਚਾਹੁੰਦਾ ਕਿ ਹਰਿਆਣੇ ਨੂੰ ਜਿਹਨੂੰ ਆਮ ਤੌਰ ਦੇ ਉੱਤੇ ਬਹੁਤ ਪਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਹੈ,
ਔਰ ਤੁਹਾਡੇ ਇਹ ਵੀ ਧਿਆਨ 'ਚ ਹੋਣਾ ਹੈ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਹਰਿਆਣੇ ਦੇ ਵਿੱਚੋਂ ਹੀ ਔਰਤਾਂ ਦੇ ਮਾਨ ਸਨਮਾਨ ਨੂੰ ਜਿਹੜਾ ਹੈਗਾ ਚਿੰਨ੍ਹਿਤ ਕਰਦਿਆਂ ਇੱਕ ਉੱਥੋਂ ਨਾਅਰਾ ਦਿੱਤਾ ਸੀ, ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਜੇ ਬੇਟੀ ਬਚਾਉਣ ਤੇ ਬੇਟੀ ਪੜ੍ਹਾਉਣ ਦੀ ਗੱਲ ਆਉਂਦੀ ਹੈ ਤੇ ਹਰਿਆਣਵੀਆਂ ਨੇ ਉਹਦੇ ਤੇ ਪਹਿਰਾ ਦਿੱਤਾ ਜੀ। ਇੱਥੋਂ ਤੱਕ ਕਿ ਮੁੰਡੇ ਆਮ ਤੌਰ ਦੇ ਉੱਤੇ ਦੇਖਦੇ ਆਪਾਂ, ਲੜਕੇ ਆ ਜਿਹੜੇ ਉਹ ਘੋਲਾਂ ਦੇ ਵਿੱਚ ਭਾਗ ਲੈਂਦੇ ਆ, ਲੜਕੀਆਂ ਕਦੇ ਭਾਗ ਨਹੀਂ ਲੈਂਦੀਆਂ ਹੁੰਦੀਆਂ ਜੀ। ਲੇਕਿਨ ਹਰਿਆਣੇ ਦੇ ਵਿੱਚ ਇੱਕ ਨਵੀਂ ਪਿਰਤ ਪਾਈ ਸੀ, ਮਾਪੇ ਆਪਣੀਆਂ ਧੀਆਂ ਨੂੰ ਨਾਲ ਅਖਾੜੇ ਦੇ ਵਿੱਚ ਲਿਜਾਂਦੇ ਹੁੰਦੇ ਸੀ ਜੀ। ਉਹਨਾਂ ਨੂੰ ਜਾ ਕੇ ਉੱਥੇ ਕੁਸ਼ਤੀ ਦੇ ਦਾਸ ਸਿਖਾਉਂਦੇ ਹੁੰਦੇ ਸੀ। ਉਹ ਮਰਦਾਂ ਤੋਂ ਵੀ ਤੇ ਔਰਤਾਂ ਤੋਂ ਵੀ ਕੁਸ਼ਤੀ ਦੇ ਦਾਸ ਸਿੱਖਦੀਆਂ ਤੇ ਫਿਰ ਉਹ ਸਿਖਰ ਤੇ ਪਹੁੰਚੀਆਂ ਜਦੋਂ ਉਹਨਾਂ ਨੇ ਮੈਡਲ ਹਾਸਲ ਕੀਤੇ ਤੇ ਮੈਡਲ ਵੀ ਛੋਟੇ ਨਹੀਂ, ਵੱਡੇ ਵੱਡੇ ਮੈਡਲ ਹਾਸਲ ਕੀਤੇ ਸੀ ਜੀ। ਉਹ ਕੁੜੀਆਂ ਹੁਣ ਧਰਨੇ ਤੇ ਕਿਉਂ ਬੈਠੀਆਂ? ਉਹਨਾਂ ਨੂੰ ਕੱਲ ਪਾਰਲੀਮੈਂਟ ਦਾ ਜਿੱਥੋਂ ਭਵਨ ਦਾ ਉਦਘਾਟਨ ਹੋ ਰਿਹਾ ਸੀ ਉਸ ਪਾਸੇ ਕਿਉਂ ਜਾਣਾ ਪੈਣਾ ਜੀ। ਪਿਆ? ਇਹ ਵੇਖਣ ਵਾਲੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਇਹ ਕੁੜੀਆਂ ਪਿਛਲੇ ਲੰਬੇ ਸਮੇਂ ਤੋਂ ਇਹ ਤੇ ਇਹਨਾਂ ਦੇ ਜਿਹੜੇ ਸਾਥੀ ਹੈ ਉਹ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਤੇ ਬੈਠੇ ਹੈ ਜੀ। ਇਲਜ਼ਾਮ ਉਹਨਾਂ ਦਾ ਇਹ ਹੈ ਕਿ ਬਿਰਜ ਭੂਸ਼ਣ ਸ਼ਰਨ ਸਿੰਘ ਜਿਹੜੇ ਰੈਸਲਰ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹੈ ਜੀ, ਉਹ ਇਹਨਾਂ ਕੁੜੀਆਂ ਦੇ ਨਾਲ ਦੁਰਵਰਤਾਓ ਕਰਦੇ ਆ ਰਹੇ ਹੈ ਜੀ। ਔਰ ਇਹਨਾਂ ਦੇ ਵਿੱਚੋਂ ਕਈ ਕੁੜੀਆਂ ਉਹ ਹੈ ਜਿਨ੍ਹਾਂ ਦਾ ਸਰੀਰਕ ਤੌਰ ਤੇ ਸ਼ੋਸ਼ਣ ਕੀਤਾ ਗਿਆ ਹੈ। ਉਹਨਾਂ ਦੇ ਵਿੱਚ ਇੱਕ ਨਾਬਾਲਗ ਕੁੜੀ ਵੀ ਸੀ। ਲੰਬੇ ਅਰਸੇ ਤੋਂ ਉਹਨਾਂ ਨੇ ਮਤਲਬ ਇਹਦੇ ਤੇ ਜਦੋਜਹਿਦ ਛੇੜੀ ਸੀ, ਸੰਘਰਸ਼ ਛੇੜਿਆ ਸੀ। ਭਾਰਤ ਸਰਕਾਰ ਨੇ ਸ਼ੁਰੂ ਦੇ ਵਿੱਚ ਉਹਨਾਂ ਦੀ ਗੱਲ ਸੁਣਨ ਵਾਸਤੇ ਕੁਝ ਬੰਦੇ ਉਹਨਾਂ ਦੇ ਕੋਲੇ ਭੇਜੇ, ਕੋਈ ਕਮੇਟੀਆਂ ਬਣਾਈਆਂ ਦੋ। ਇੱਕ ਕਮੇਟੀ ਭਾਰਤ ਸਰਕਾਰ ਨੇ ਬਣਾਈ ਸੀ, ਇੱਕ ਕਮੇਟੀ ਓਲੰਪਿਕ ਐਸੋਸੀਏਸ਼ਨ ਆਫ ਇੰਡੀਆ ਨੇ ਬਣਾਈ ਸੀ। ਲੇਕਿਨ ਉਹਨਾਂ ਕਮੇਟੀਆਂ ਦੀਆਂ ਰਿਪੋਰਟਾਂ ਕੀ ਆ, ਉਹ ਰਿਪੋਰਟਾਂ ਉਹਨਾਂ ਕੁੜੀਆਂ ਨੂੰ ਨਹੀਂ ਸੀ ਦਿੱਤੀਆਂ, ਸਗੋਂ ਦੋਨਾਂ ਕਮੇਟੀਆਂ ਨੇ ਆਪੋ ਆਪਣੀਆਂ ਰਿਪੋਰਟਾਂ ਉੱਪਰ ਪੇਸ਼ ਕਰਤੀਆਂ ਸੀ। ਕੁੜੀਆਂ ਦਾ ਇਹ ਕਹਿਣਾ ਹੈ ਕਿ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਨੈਗੇਟਿਵ ਹੈ, ਉਹਨਾਂ ਦੇ ਖਿਲਾਫ ਆਈਆਂ, ਉਹਨਾਂ ਦੇ ਵਿੱਚ ਨਹੀਂ ਸੀ ਤੇ ਦੁਬਾਰਾ ਉਹਨਾਂ ਨੇ ਫਿਰ ਧਰਨੇ ਦੇ ਉੱਤੇ ਆ ਕੇ ਬਹਿ ਗਈਆਂ ਸੀ। ਹੁਣ ਉਸ ਧਰਨੇ ਦੇ ਉੱਤੇ ਬੈਠਿਆਂ ਨੂੰ ਵੀ ਉਹਨਾਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਸੀ, ਲੇਕਿਨ ਕਿਸੇ ਨੇ ਕੋਈ ਬਾਤ ਨਹੀਂ ਸੁਣੀ। ਫਿਰ ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਗਿਆ ਔਰ ਸੁਪਰੀਮ ਕੋਰਟ ਦੇ ਵਿੱਚੋਂ ਹੁਕਮ ਹੋਇਆ ਕਿ FIR ਦਰਜ ਕੀਤੀ ਜਾਵੇ। FIR ਜਿਹੜੀਆਂ 2 FIR ਦਰਜ ਹੋਈਆਂ ਫਿਰ ਦਲਵੀਰ ਜੀ ਦੇ ਖਿਲਾਫ, ਬਿਰਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ। ਇੱਕ ਜਿਹੜੀ ਹੈਗਾ ਸਧਾਰਨ ਛੇੜਖਾਨੀ ਦੀ ਹੋਈ ਹੈ, ਦੂਜੀ ਪੋਸਕੋ ਐਕਟ ਦੇ ਅਧੀਨ ਹੋਈ ਹੈ। ਪੋਸਕੋ ਐਕਟ ਦਾ ਮਤਲਬ ਇਹ ਹੈ ਕਿ ਬੱਚਿਆਂ ਦੇ ਨਾਲ ਜਿਹੜੀਆਂ ਜਿਨਸੀ ਛੇੜਛਾੜ ਜਾਂ ਜਿਨਸੀ ਤੌਰ ਦੇ ਉੱਤੇ ਜਿਹੜੀ ਹੈਗੀ ਉਹਨਾਂ ਦੀ ਐਕਸਪਲਾਟੇਸ਼ਨ ਹੈ, ਜਿਹੜੀ ਇਹ ਜ਼ਿਆਦਤੀ ਹੁੰਦੀ ਹੈ, ਉਸ ਜ਼ਿਆਦਤੀ ਨੂੰ ਰੋਕਣ ਵਾਸਤੇ ਇੱਕ ਕਾਨੂੰਨ ਬਣਾਇਆ ਜਿਹਦਾ ਨਾਂ ਪੋਸਕੋ ਰੱਖਿਆ ਹੋਇਆ ਹੈ। ਔਰ ਉਹਦੇ ਬਾਰੇ ਸੁਪਰੀਮ ਕੋਰਟ ਦੀਆਂ ਇਹ ਸਪਸ਼ਟ ਹਦਾਇਤਾਂ ਹੈ ਕਿ ਜਦੋਂ ਕਿਸੇ ਬੰਦੇ ਦੇ ਖਿਲਾਫ ਇਹ ਕੇਸ ਦਰਜ ਹੋ ਜੇ, ਉਸ ਬੰਦੇ ਨੂੰ ਸਭ ਤੋਂ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ। ਬਾਕੀ ਗੱਲ ਪੁੱਛਗਿੱਛ ਉਹਦੇ ਨਾਲੋਂ ਮਗਰੋਂ ਕਰਨੀ ਹੈ, ਪਹਿਲਾਂ ਉਹਨੂੰ ਗ੍ਰਿਫਤਾਰ ਕਰ ਲਓ। ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ FIR ਭਾਵੇਂ ਹੋ ਗਈਆਂ, ਲੇਕਿਨ ਕਿਸੇ ਨੇ ਵੀ ਬਿਰਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ। ਔਰ ਉਹਨਾਂ ਕੁੜੀਆਂ ਦੀ ਹੱਕ ਦੇ ਵਿੱਚ ਜਿਹੜੇ ਹੈਗੀਆਂ ਖਾਪ ਪੰਚਾਇਤਾਂ ਵੀ ਗਈਆਂ, ਪੰਜਾਬ ਦੇ ਕਿਸਾਨ ਮਜ਼ਦੂਰ ਵੀ ਗਏ, ਵਿਦਿਆਰਥੀ ਵੀ ਗਏ, ਬੁੱਧੀਜੀਵੀ ਵੀ ਗਏ, ਜਿਨ੍ਹਾਂ ਨੇ ਜਾ ਕੇ ਉੱਥੇ ਪ੍ਰੋਟੈਸਟ ਕੀਤੇ, ਲੇਕਿਨ ਸਰਕਾਰ ਦੇ ਕੰਨ ਦੇ ਉੱਤੇ ਜੂਨ ਨਹੀਂ ਸਰਕੀ। ਹੁਣ ਕਿਉਂਕਿ ਕੱਲ ਇਸ ਪਾਰਲੀਮੈਂਟ ਦੇ ਭਵਨ ਦਾ ਉਦਘਾਟਨ ਹੋਣਾ ਸੀ, ਇਸ ਲਈ ਉਹਨਾਂ ਲੜਕੀਆਂ ਨੇ ਕਿਹਾ ਕਿ ਅਸੀਂ ਇੱਕ ਔਰਤ ਸਨਮਾਨ ਜਿਹੜੀ ਹੈਗੀ ਹੈ ਪਾਰਲੀਮੈਂਟ ਉਹ ਬੁਲਾਵਾਂਗੇ। ਬਿਲਕੁਲ ਜਿਹੜਾ ਹੈਗਾ ਨਵਾਂ ਪਾਰਲੀਮੈਂਟ ਹਾਊਸ ਬਣਿਆ ਵਾ ਉਹਦੇ ਸਾਹਮਣੇ ਉੱਥੇ ਅਸੀਂ ਇਕੱਠ ਕਰਾਂਗੇ। ਜਿਵੇਂ ਤੁਹਾਡੇ ਯਾਦ ਹੋਣਾ ਹੈ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਉਸ ਵੇਲੇ ਕਿਸਾਨ ਅੰਦੋਲਨ ਵੇਲੇ ਵੀ ਜੰਤਰ ਮੰਤਰ ਦੇ ਉੱਤੇ ਕਿਸਾਨ ਪੰਚਾਇਤ ਜੁੜਦੀ ਹੁੰਦੀ ਸੀ, ਕਿਸਾਨ ਪਾਰਲੀਮੈਂਟ ਜੁੜਦੀ ਹੁੰਦੀ ਸੀ। ਸਿੰਘੂ ਤੇ ਟਿੱਕਰੀ ਬਾਰਡਰ ਤੋਂ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਬਕਾਇਦਾ ਪੁਲਿਸ ਉੱਥੋਂ ਤੱਕ ਲੈ ਕੇ ਜਾਂਦੀ ਸੀ ਔਰ ਉੱਥੇ ਸਪੀਕਰ ਚੁਣਿਆ ਜਾਂਦਾ ਸੀ, ਵਕਤਾ ਚੁਣੇ ਜਾਂਦੇ ਸੀ, ਬੋਲਣ ਵਾਲੇ ਕੌਣ ਕੌਣ ਹੋਣਗੇ ਉਹ ਜਾ ਕੇ ਆਪਣੀ ਗੱਲ ਕਰਦੇ ਹੁੰਦੇ ਸੀ। ਉਸੇ ਤਰ੍ਹਾਂ ਦੇ ਉੱਤੇ ਇਹ ਕੁੜੀਆਂ ਵੀ ਆਪਣੀ ਗੱਲ ਕਹਿਣਾ ਚਾਹੁੰਦੀਆਂ ਸੀ, ਲੇਕਿਨ ਹੋਇਆ ਇਹ ਕਿ ਉਹਨਾਂ ਦੀ ਗੱਲ ਕਿਸੇ ਨੇ ਉਹਨਾਂ ਨੂੰ ਕਹਿਣ ਨਹੀਂ ਦਿੱਤੀ। ਜਦੋਂ ਉਹ ਜੰਤਰ ਮੰਤਰ ਦੇ ਉੱਤੇ ਬੈਠੀਆਂ ਸੀ, ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ। ਰਾਤ ਨੂੰ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਨਾ ਕਰੋ। ਉਹਨਾਂ ਨੂੰ ਇਸ ਗੱਲ ਦਾ ਮਾਨਸਿਕ ਫਖਰ ਸੀ ਕਿ ਜਿਨ੍ਹਾਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਧੀਆਂ ਕਹਿੰਦਾ ਰਿਹਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਮੈਡਲ ਜਿੱਤਣ ਦੇ ਉੱਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਚਾਹ ਦੇ ਕੱਪ ਆਫਰ ਕਰਦਾ ਰਿਹਾ ਆਪਣੀ ਰਿਹਾਇਸ਼ ਦੇ ਉੱਤੇ ਬੁਲਾ ਕੇ, ਉਹਨਾਂ ਦੇ ਨਾਲ ਕੋਈ ਬਦ ਕਲਾਮੀ ਜਾਂ ਬਦ ਸਲੂਕੀ ਥੋੜਾ ਹੋਊਗੀ। ਉਹਨਾਂ ਨੇ ਕਿਹਾ ਜੀ ਅਸੀਂ ਆਪਣੀ ਜਿਹੜੀ ਹੈਗੀ ਹੈ ਮਹਾ ਪੰਚਾਇਤ ਉੱਥੇ ਕਰਾਂਗੇ, ਆਪਣੀ ਪਾਰਲੀਮੈਂਟ ਕਰਾਂਗੇ, ਅਸੀਂ ਜਾਣਾ ਹੀ ਜਾਣਾ। ਫਿਰ ਹੋਇਆ ਕਿ ਜਿਸ ਵੇਲੇ ਉਹਨਾਂ ਕੁੜੀਆਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਉੱਥੋਂ ਥੋੜਾ ਜਿਹਾ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫਿਰ ਜਿਹੜਾ ਹੈਗਾ ਉਹਨਾਂ ਨੂੰ ਘੇਰਾ ਪਾ ਲਿਆ। ਇਕੱਲਾ ਘੇਰਾ ਨਹੀਂ ਪਾਇਆ, ਫਿਰ ਉਹਨਾਂ ਨੂੰ ਜਿਸ ਤਰ੍ਹਾਂ ਘੜੀਸਿਆ ਗਿਆ,
ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਮੈਡਲ ਜਿੱਤੇ ਉਹਨਾਂ ਨੂੰ ਘੜੀਸਿਆ ਗਿਆ। ਔਰ ਤਸਵੀਰਾਂ ਬੋਲਦੀਆਂ ਕਿ ਕਿਵੇਂ ਸਾਕਸ਼ੀ ਮਲਿਕ ਔਰ ਉਹਦੇ ਨਾਲ ਇੱਕ ਕੁੜੀ ਇੱਕ ਦੂਜੇ ਦੇ ਉੱਪਰ ਡਿੱਗੀਆਂ ਪਈਆਂ। ਪੁਲਿਸ ਵਾਲੇ ਮਰਦ ਤੇ ਔਰਤਾਂ ਉਹਨਾਂ ਨੂੰ ਧੂਦੇ ਹੈ, ਧੂ ਕੇ ਲਿਜਾ ਕੇ ਜਿਵੇਂ ਕੋਈ ਸਮਾਨ ਆਪਾਂ ਮੰਨ ਲਓ ਵੀ ਕਣਕ ਦੀ ਬੋਰੀ ਆਪਾਂ ਸੁੱਟਣੀ ਹੁੰਦੀ ਹੈ ਕਿਸੇ ਟਰਾਲੀ ਦੇ ਵਿੱਚ, ਇਸ ਤਰ੍ਹਾਂ ਉਹਨਾਂ ਨੂੰ ਬਾਹਾਂ ਤੋਂ ਫੜ ਫੜ ਕੇ ਗੱਡੀਆਂ ਦੇ ਵਿੱਚ ਸੁੱਟਿਆ ਗਿਆ। ਇੰਨੀ ਉਹਨਾਂ ਨਾਲ ਬੁਰੀ ਕੀਤੀ ਗਈ, ਰਾਤ ਤੱਕ ਦੇਰ ਰਾਤ ਤੱਕ ਉਹਨਾਂ ਨੂੰ ਵੱਖ-ਵੱਖ ਥਾਣੇ 'ਚ ਰੱਖਿਆ ਗਿਆ। ਪਾਰਲੀਮੈਂਟ ਹਾਊਸ ਨੂੰ ਆਉਣ ਵਾਲੀਆਂ ਜਿਹੜੀਆਂ 12 ਸੜਕਾਂ ਸੀ ਉਹਨਾਂ 12 ਸੜਕਾਂ ਦੇ ਉੱਤੇ ਵੱਡੀਆਂ ਪਾਬੰਦੀਆਂ ਲਾਤੀਆਂ ਸੀ ਕਿ ਕੋਈ ਬੰਦਾ ਇੱਧਰ ਆਊਗਾ ਨਹੀਂ, ਕੋਈ ਜਾਊਗਾ ਨਹੀਂ। ਬਿਲਕੁਲ ਸਾਰਾ ਕੁਝ ਕਰ ਕਰਾ ਕੇ ਇਉਂ ਲੱਗਦਾ ਸੀ ਜਿਵੇਂ ਇਹ ਪਾਰਲੀਮੈਂਟ ਦੇ ਵਿੱਚ ਹੋ ਕੀ ਰਿਹਾ ਜੀ। ਇਹਦੇ ਤੇ ਕੇਜਰੀਵਾਲ ਹੋਰਾਂ ਦੀ ਪਾਰਟੀ ਦੇ ਇੱਕ ਜਿਹੜੇ MP ਹੈ, ਉਸ MP ਦਾ ਇੱਕ ਮੈਂ ਬਿਆਨ ਪੜ੍ਹ ਰਿਹਾ ਸੀ, ਸੁਣ ਰਿਹਾ ਸੀ ਜੀ। ਉਹ ਆਪਣੇ ਬਿਆਨ ਦੇ ਵਿੱਚ ਇਹ ਕਹਿ ਰਿਹਾ ਕਿ ਇੱਕ ਪਾਸੇ ਤਾਂ ਲੋਕਤੰਤਰ ਦੇ ਮੰਦਿਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਡੰਡੌਤ ਕਰਦੇ ਹੈ ਜੀ, ਦੂਜੇ ਪਾਸੇ ਇਹੀ ਪਾਰਲੀਮੈਂਟ ਦਾ ਮੰਦਿਰ ਹੈ ਜਿਹੜਾ, ਇਸ ਪਾਰਲੀਮੈਂਟ ਦੇ ਮੰਦਿਰ ਦੇ ਅੰਦਰ ਹੀ ਲੋਕਤੰਤਰਕ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਦਫਨਾਇਆ ਗਿਆ ਹੈ ਜੀ। ਰਾਸ਼ਟਰੀ ਜਨਤਾ ਦਲ ਜਿਹੜਾ ਲਾਲੂ ਪ੍ਰਸਾਦ ਯਾਦਵ ਦਾ ਹੈ, ਉਹਨਾਂ ਨੇ ਇੱਕ ਤਸਵੀਰ ਆਪਣੇ ਟਵੀਟ ਦੇ ਨਾਲ ਸਾਂਝੀ ਕੀਤੀ ਹੈ ਜਿਹਦੇ ਵਿੱਚ ਤਾਬੂਤ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਹੈ ਜੀ। ਤਾਬੂਤ ਹੁੰਦਾ ਜਿਹਦੇ ਵਿੱਚ ਕਿਸੇ ਬੰਦੇ ਨੂੰ ਜਿਹੜੀ ਮੌਤ ਹੋ ਜਾਂਦੀ ਹੈ ਉਹਦੀ ਲਾਸ਼ ਨੂੰ ਬੰਦ ਕੀਤਾ ਜਾਂਦਾ ਹੈ। ਉਹਨਾਂ ਨੇ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਤੰਤਰਕ ਕਦਰਾਂ ਕੀਮਤਾਂ ਨੂੰ ਇਹ ਇੱਕ ਜਿਹੜਾ ਹੈਗਾ ਦਫਨਾਇਆ ਗਿਆ। ਇੱਥੇ ਇਸ ਕਿਸਮ ਦੀ ਕਹਾਣੀ ਹੋਈ ਹੈ। ਖੈਰ ਦੇਰ ਰਾਤ ਜਿਹੜਾ ਹੈਗਾ ਉਹਨਾਂ ਕੁੜੀਆਂ ਮੁੰਡਿਆਂ ਨੂੰ ਪੁਲਿਸ ਨੇ ਛੱਡਤਾ ਸੀ। ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਲੋਕ ਆਏ ਸੀ ਉਹਨਾਂ ਲੋਕਾਂ ਦੇ ਖਿਲਾਫ ਵੀ ਕੇਸ ਰਜਿਸਟਰ ਕੀਤੇ ਗਏ। ਕਿਸਾਨਾਂ ਮਜ਼ਦੂਰਾਂ ਨੂੰ ਘੇਰਿਆ ਗਿਆ ਔਰ ਉਹਨਾਂ ਨੂੰ ਵੀ ਜਿਹੜਾ ਹੈਗਾ ਦੇਰ ਰਾਤ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਕੁੜੀਆਂ ਦੇ ਨਾਲ ਹੀ ਜਿਹੜੀਆਂ ਗ੍ਰਿਫਤਾਰੀਆਂ ਦੇਵਾਂਗੇ, ਅਸੀਂ ਵੀ ਉਨੀ ਦੇਰ ਬਾਹਰ ਨਹੀਂ ਨਿਕਲਣਾ, ਉਹਨਾਂ ਨੂੰ ਉੱਥੋਂ ਕੱਢਿਆ ਗਿਆ। ਹੁਣ ਇਹ ਵੀ ਉਹਨਾਂ ਨੂੰ ਛੱਡ ਦਿੱਤਾ ਪਰ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਕਰ ਲਿਆ। ਪੁਲਿਸ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਉਹ ਕੁੜੀਆਂ ਮੁੰਡੇ ਚਾਹੁੰਦੇ ਹੈ, ਪਹਿਲਵਾਨ ਚਾਹੁੰਦੇ ਹੈ, ਉਹ ਪ੍ਰੋਟੈਸਟ ਕਰ ਸਕਦੇ, ਅਸੀਂ ਉਹਨਾਂ ਨੂੰ ਖੁੱਲ੍ਹ ਦੇ ਦਿਆਂਗੇ, ਪਰ ਜੰਤਰ ਮੰਤਰ ਦੇ ਉੱਤੇ ਬੈਠਣ ਦੀ ਇਜਾਜ਼ਤ ਨਹੀਂ ਹੋਊਗੀ। ਕਿਉਂ ਨਹੀਂ ਹੋਊਗੀ ਇਜਾਜ਼ਤ? ਇਹ ਕਿਹੜਾ ਫਿਰ ਲੋਕਤੰਤਰ ਹੈ ਜੇ ਤੁਸੀਂ ਕਿਸੇ ਬੰਦੇ ਨੂੰ ਪੁਰਅਮਨ ਆਪਣਾ ਪ੍ਰੋਟੈਸਟ ਹੀ ਨਹੀਂ ਕਰਨ ਦੇ? ਕੁੜੀਆਂ ਦਾ ਇਲਜ਼ਾਮ ਇਹ ਹੈ ਕਿ ਸਾਡੇ ਨਾਲ ਬਦਸਲੂਕੀ ਕੀਤੀ। ਪੁਲਿਸ ਕਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਸਮਝਾਇਆ ਸੀ, ਉਹਨਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ, ਲੇਕਿਨ ਕਾਨੂੰਨ ਅਸੀਂ ਕੁੜੀਆਂ ਨੂੰ ਤਾਂ ਹੱਥ 'ਚ ਲੈਂਦੇ ਕਿਤੇ ਦੇਖਿਆ ਨਹੀਂ ਗਿਆ। ਉਹਨਾਂ ਨੂੰ ਸੜਕਾਂ ਦੇ ਉੱਤੇ ਲਟਾਇਆ ਪਿਆ, ਸੁੱਟਿਆ ਪਿਆ, ਉਹ ਜ਼ਰੂਰ ਦੇਖਿਆ ਗਿਆ। ਇਹਦੇ ਤੋਂ ਪਤਾ ਲੱਗਦਾ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਖੈਰ ਜੋ ਵੀ ਹੋਇਆ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ ਹੁੰਦੀਆਂ। ਸਰਕਾਰਾਂ ਲੋਕਾਂ ਤੋਂ ਲੋਕਾਂ ਲਈ ਲੋਕ ਬਣਾਉਂਦੇ ਆ ਸਰਕਾਰਾਂ, ਤੇ ਜਿਹੜੇ ਬਣਾਉਣ ਜਾਣਦੇ ਆ ਫਿਰ ਉਹ ਲਾਉਣ ਵੀ ਜਾਣਦੇ ਹੁੰਦੇ ਆ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਸਰਕਾਰਾਂ ਨੂੰ। ਪਰ ਜੋ ਕੁਛ ਕੱਲ ਹੋਇਆ ਉਹਦੇ ਨਾਲ ਭਾਰਤ ਦੀ ਸਮੁੱਚੀ ਦੁਨੀਆ ਦੇ ਵਿੱਚ ਆਪਾਂ ਕਹੀਏ ਤੇ ਜਿਵੇਂ ਮਰਜ਼ੀ ਇਹ ਕਹਿਣ ਕਿ ਜੀ ਚਲੋ ਮੇਨ ਸਟ੍ਰੀਮ ਮੀਡੀਆ ਨੇ ਇਹ ਖਬਰਾਂ ਨਹੀਂ ਚਲਾਈਆਂ, ਲੇਕਿਨ ਇਹ ਗੱਲ ਵੀ ਯਾਦ ਰੱਖੋ ਕਿ ਸਾਰੇ ਜਿਹੜੇ ਹੈਗੇ ਹੈ ਵਿਦੇਸ਼ੀ ਦੂਤ ਘਰ ਉਹ ਦਿੱਲੀ ਦੇ ਵਿੱਚ ਹੈ। ਦੂਤ ਘਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਉਹ ਆਪੋ ਆਪਣੇ ਦੇਸ਼ਾਂ ਨੂੰ ਇਨਫੋਰਮੇਸ਼ਨ ਭੇਜਦਾ ਹੁੰਦਾ ਕਿ ਇੱਥੇ ਕੀ ਹੋ ਰਿਹਾ ਹੈ। ਇਸ ਲਿਹਾਜ਼ ਨਾਲ ਆਪਾਂ ਚਾਹੇ 20 ਪਾਰਟੀਆਂ ਨੇ ਬਾਈਕਾਟ ਕੀਤਾ, ਕੁੜੀਆਂ ਦੇ ਨਾਲ ਜਿਹੜੀ ਜ਼ੋਰ ਜ਼ਬਰਦਸਤੀ ਕੀਤੀ ਗਈ ਹੈ ਉਹ, ਇਹਦੇ ਨਾਲ ਕੱਲ ਭਾਵੇਂ ਠੀਕ ਹੈ ਕਿ ਅਸੀਂ ਲੋਕਤੰਤਰ ਦੇ ਮੰਦਿਰ ਦਾ ਉਦਘਾਟਨ ਕੀਤਾ, ਡੰਡੌਤ ਵੀ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ, ਪਰ ਕੁੱਲ ਮਿਲਾ ਕੇ ਵਿਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਇਮੇਜ ਹੈ ਜਿਹੜਾ ਉਹ ਚੰਗਾ ਨਹੀਂ ਗਿਆ। ਉਹਦੇ ਤੇ ਕਿੰਤੂ ਪ੍ਰੰਤੂ ਜ਼ਰੂਰ ਹੋ ਰਿਹਾ ਹੈ ਜੀ। ਬਿਲਕੁਲ ਜੀ, ਭਾਰਤ ਦੇ ਵਿੱਚ ਵੀ ਮਾਪੇ ਜਿਹੜੇ ਖਿਡਾਰਨਾਂ ਨੂੰ ਆਪ ਗਰਾਊਂਡ ਛੱਡ ਕੇ ਜਾਂਦੇ ਆ। ਮੈਨੂੰ ਨਹੀਂ ਲੱਗਦਾ ਕਿ ਭਵਿੱਖ ਦੇ ਵਿੱਚ ਇਹ ਤੇ ਵੀ ਅਸਰ ਬਿਲਕੁਲ ਪਊਗਾ ਕਿ ਇਹਨਾਂ ਦਾ ਜੋ ਹਾਲ ਹੋਇਆ ਇਹ ਬਿਲਕੁਲ ਮਾਪੇ ਜਿਹੜੇ ਆ ਖੇਡਾਂ ਦੇ ਨਾਲ ਜੁੜੇ ਹੋਏ ਖਿਡਾਰੀ ਜਿਹੜੇ ਉਹ ਨਮੋਸ਼ ਸੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਢਿੱਲੋਂ ਸਾਹਿਬ, ਗੁਰਪ੍ਰੀਤ ਕਾਂਗੜ ਤੇ ਬਲਵੀਰ ਸਿੱਧੂ ਹੋਰਾਂ ਨੂੰ ਵਿਜੀਲੈਂਸ ਵੱਲੋਂ ਮੁੜ ਤਲਬ ਕੀਤਾ ਗਿਆ ਜੀ। ਕੀ ਹੈ ਜੀ ਪੂਰਾ ਮਾਮਲਾ? ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਕਿ ਵਿਜੀਲੈਂਸ ਬਿਊਰੋ ਨੇ ਦੋਨਾਂ ਦੇ ਖਿਲਾਫ ਇਨਕੁਆਇਰੀਆਂ ਸ਼ੁਰੂ ਕੀਤੀਆਂ ਹੋਈਆਂ ਜੀ। ਵੈਸੇ ਇਹਨਾਂ ਦੋਨਾਂ ਦੇ ਖਿਲਾਫ ਨਹੀਂ, ਜੇ ਪੜਤਾਲਾਂ ਦੇਖੀਏ ਤਾਂ ਸਾਬਕਾ ਮੰਤਰੀਆਂ ਦੇ ਖਿਲਾਫ ਕਾਫੀ ਮੰਤਰੀ ਹੈ ਜਿਨ੍ਹਾਂ ਦੇ ਖਿਲਾਫ ਪੜਤਾਲਾਂ ਸ਼ੁਰੂ ਕੀਤੀਆਂ। ਹੁਣ ਤਾਂ ਖਬਰ ਇਹ ਵੀ ਆ ਗਈ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ ਵੀ ਵਿਕਾਸ ਦੇ ਕਾਰਜਾਂ ਦੇ ਵਿੱਚ ਕੋਈ ਹੇਰਾ ਫੇਰੀ ਹੋਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਉਹਦੀ ਪੜਤਾਲ ਦੇ ਹੁਕਮ ਵੀ ਵਿਜੀਲੈਂਸ ਬਿਊਰੋ ਨੇ ਦੇ ਦਿੱਤੇ ਹੈ। ਕਿਉਂਕਿ ਚੰਨੀ ਸਾਹਿਬ ਚਮਕੌਰ ਸਾਹਿਬ ਹਲਕੇ ਤੋਂ ਚੁਣੇ ਗਏ ਸੀ ਪਿਛਲੀ ਵਿਧਾਨ ਸਭਾ ਦੇ ਲਈ, ਤੇ ਉੱਥੋਂ ਹੀ ਉਹ ਮੁੱਖ ਮੰਤਰੀ ਬਣੇ ਸੀ। 111 ਦਿਨਾਂ ਦੇ ਅਰਸੇ ਦੌਰਾਨ ਜਦੋਂ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਚਮਕੌਰ ਸਾਹਿਬ ਦੇ ਇਲਾਕੇ ਦਾ ਕਾਫੀ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਸੀ ਜੇ ਅਸੀਂ ਵਿਕਾਸ ਬਹੁਤ ਕਰਵਾਇਆ, ਬੜਾ ਤਕੜਾ ਪੈਸਾ ਉੱਥੇ ਇਨਵੈਸਟ ਕੀਤਾ ਹੈ, ਖਰਚ ਕੀਤਾ ਹੈ। ਉਹਦਾ ਹਿਸਾਬ ਕਿਤਾਬ ਵੀ ਕਿ ਸੱਚਮੁੱਚ ਜਿੰਨਾ ਪੈਸਾ ਦਿਖਾਇਆ ਗਿਆ ਇਨਵੈਸਟ ਕੀਤਾ ਗਿਆ
ਉਹ ਲੱਗਿਆ ਵੀ ਹੈ ਕਿ ਨਹੀਂ ਲੱਗਿਆ, ਉਹਦੀ ਪੜਤਾਲ ਵੀ ਵਿਜੀਲੈਂਸ ਬਿਊਰੋ ਕਰ ਰਹੀ ਹੈ। ਜੀ ਨਾਲ ਜੇ ਆਪਾਂ ਦੇਖੀਏ ਤਾਂ ਸ਼ਾਮ ਸੁੰਦਰ ਅਰੋੜਾ ਜਿਹੜਾ ਹੈਗੇ ਹੈ ਜੀ, ਸੁੰਦਰ ਸ਼ਾਮ ਅਰੋੜਾ ਮੇਰਾ ਖਿਆਲ ਉਹਦਾ ਨਾਂ, ਉਹ ਵੀ ਕਾਫੀ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੈ। ਜੀ ਇਸੇ ਤਰੀਕੇ ਸਾਧੂ ਸਿੰਘ ਧਰਮਸੋਤ ਵੀ ਰਹਿ ਕੇ ਆਏ ਹੈ। ਭਾਰਤ ਭੂਸ਼ਣ ਆਸ਼ੂ ਜਿਹੜੇ ਹੈਗੇ ਉਹ ਵੀ ਕਈ ਮਹੀਨੇ ਲਾ ਕੇ ਆਏ ਹੈ। ਸੰਗਤ ਸਿੰਘ ਗਿਲਜੀਆਂ ਹੋਰਾਂ ਨੂੰ ਜਿਹੜੀ ਹੈਗੀ ਕੋਰਟ ਦੇ ਵਿੱਚੋਂ ਥੋੜੀ ਜਿਹੀ ਰਿਲੀਫ ਮਿਲੀ ਹੋਈ ਹੈ, ਉਹਨਾਂ ਦੀ ਗ੍ਰਿਫਤਾਰੀ ਤੇ ਹਾਲੇ ਤੱਕ ਰੋਕ ਲੱਗੀ ਹੋਈ ਹੈ। ਔਰ ਇਹ ਲੋਕ ਉਹ ਹੈ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਜੇ ਆਪਾਂ ਦੇਖੀਏ ਸੁੰਦਰ ਸ਼ਾਮ ਅਰੋੜਾ ਹੋ ਗਿਆ, ਔਰ ਇਹ ਗੁਰਪ੍ਰੀਤ ਸਿੰਘ ਕਾਂਗੜ ਹੋ ਗਿਆ, ਬਲਵੀਰ ਸਿੰਘ ਸਿੱਧੂ ਹੋ ਗਏ, ਇਹ ਬੰਦੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਸੀ। ਜਦੋਂ ਇਹ ਸ਼ਾਮਲ ਹੋਏ ਸੀ ਉਦੋਂ ਸਮਝਿਆ ਜਾਂਦਾ ਸੀ ਕਿ ਸ਼ਾਇਦ ਇਸ ਪਾਰਟੀ ਦੇ ਵਿੱਚ ਇਹਨਾਂ ਦੇ ਆਉਣ ਦਾ ਵੱਡਾ ਕਾਰਨ ਇਹੋ ਹੀ ਹੈ ਕਿ ਇੱਥੇ ਸਾਡੀ ਗ੍ਰਿਫਤਾਰੀ ਤੋਂ ਅਸੀਂ ਬਚ ਰਵਾਂਗੇ। ਪਰ ਵਿਜੀਲੈਂਸ ਨੇ ਇਹਨਾਂ ਦੋਨਾਂ ਦੀ ਵੀ ਇਨਕੁਆਇਰੀ ਸ਼ੁਰੂ ਕਰ ਲਈ ਸੀ। ਇਹਨਾਂ ਦੋਨਾਂ ਨੂੰ ਵਾਰ-ਵਾਰ ਬੁਲਾਇਆ ਗਿਆ ਸੀ। ਕਾਂਗੜ ਹੁਣੀ ਪਹਿਲਾਂ ਆ ਕੇ ਗਏ ਸੀ, ਉਹਨਾਂ ਨੂੰ ਫਿਰ ਉਹਨਾਂ ਨੇ ਇੱਕ ਦੇ ਦਿੱਤਾ ਸੀ ਪਰਫਾਰਮਾ ਕਿ ਇਹਦੇ ਤੇ ਤੁਸੀਂ ਆਪਣੀ ਜਿਹੜੀ ਜ਼ਮੀਨ ਜਾਇਦਾਦ ਜੋ ਵੀ ਤੁਹਾਡੇ ਕੋਲ ਪ੍ਰਾਪਰਟੀ ਹੈ ਉਹਦੇ ਸਾਰੇ ਵੇਰਵੇ ਲੈ ਕੇ ਆਓ। ਜੀ ਇੱਕ ਪਾਸੇ ਤਾਂ ਉਹ ਦਿੱਤਾ ਸੀ ਤੇ ਦੂਜੇ ਪਾਸੇ ਕਾਂਗੜ ਹੋਰਾਂ ਦੀ ਜਾਇਦਾਦ ਕਿੰਨੀ ਕੁ ਹੈ, ਕੀ ਕੁਛ ਹੈ, ਉਹਦੇ ਬਿਊਰੋ ਵਿਜੀਲੈਂਸ ਬਿਊਰੋ ਨੇ ਆਪਣੇ ਸਾਧਨਾਂ ਦੇ ਰਾਹੀਂ ਇਕੱਠੇ ਕਰਨੇ ਸ਼ੁਰੂ ਕਰਤੇ ਸੀ। ਲੇਕਿਨ ਹੋਇਆ ਇਹ ਕਿ 8 ਅਪ੍ਰੈਲ ਨੂੰ ਕਾਂਗੜ ਸਾਹਿਬ 17 ਅਪ੍ਰੈਲ ਨੂੰ ਕਾਂਗੜ ਸਾਹਿਬ ਨੂੰ ਤਲਬ ਕੀਤਾ ਸੀ ਕਿ ਤੁਸੀਂ 17 ਅਪ੍ਰੈਲ ਨੂੰ ਆ ਜਾਓ, ਪਰ ਉਹ ਤੋਂ ਪਹਿਲਾਂ 8 ਅਪ੍ਰੈਲ ਨੂੰ ਉਹਨਾਂ ਦੇ ਦੋਵਾਂ ਗੋਡਿਆਂ ਦਾ ਫੋਰਟਸ ਹਸਪੀਟਲ ਮੋਹਾਲੀ ਦੇ ਵਿੱਚ ਆਪਰੇਸ਼ਨ ਹੋ ਗਿਆ ਸੀ। ਕਹਿੰਦੇ ਜੀ ਗੋਡੇ ਕੱਸ ਗਏ ਸੀ। ਔਰ 13 ਅਪ੍ਰੈਲ ਨੂੰ ਉਹਨਾਂ ਨੂੰ ਛੁੱਟੀ ਮਿਲੀ ਸੀ ਤੇ ਜਿਹੜੇ ਉੱਥੇ ਦੇ ਜਿਹੜੇ ਡਾਇਰੈਕਟਰ ਸੀਗੇ ਉਸ ਡਿਪਾਰਟਮੈਂਟ ਦੇ, ਉਹਨਾਂ ਨੇ ਕਾਂਗੜ ਨੂੰ ਇਹ ਦਿੱਤੀ ਸੀਗੀ, ਰਿਲੀਫ ਦਿੱਤੀ ਸੀ ਇੰਨੀ ਕਿ ਉਹ ਕੁਝ ਹਫ਼ਤੇ ਜਿਹੜੇ ਹੈਗੇ 6 ਹਫ਼ਤੇ ਆਰਾਮ ਕਰਨ। ਜੀ ਇਸੇ ਸਮੇਂ ਦੌਰਾਨ ਜਦੋਂ ਆਰਾਮ ਕਰਨ ਦੀ ਉਹਨਾਂ ਨੂੰ ਗੱਲ ਕਹੀ ਸੀ, ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਚ ਹੋਣਾ ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਹੋਈ ਸੀ ਜੀ ਔਰ ਕਾਂਗੜ ਹੋਰੀ ਉਸ ਮੀਟਿੰਗ ਦੇ ਵਿੱਚ ਚਲੇ ਗਏ ਸੀ। ਵਿਜੀਲੈਂਸ ਬਿਊਰੋ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੇ ਬੰਦਾ ਮੀਟਿੰਗ ਵਿੱਚ ਜਾ ਸਕਦਾ ਤੇ ਫਿਰ ਪੁੱਛਗਿੱਛ ਦੇ ਵਿੱਚ ਵੀ ਆ ਸਕਦਾ ਹੈ। ਜੀ ਸੋ ਵਿਜੀਲੈਂਸ ਬਿਊਰੋ ਨੇ ਫਿਰ ਉਹਨਾਂ ਨੂੰ ਨੋਟਿਸ ਭੇਜਤਾ ਕਿ ਕਾਂਗੜ ਸਾਹਿਬ ਆਓ ਤੇ ਸਾਰੇ ਵੇਰਵੇ ਜਿਹੜੇ ਹੈਗੇ ਤੁਸੀਂ ਨਾਲ ਲੈ ਕੇ ਆਓ। ਜੀ ਇਸ ਮਕਸਦ ਦੇ ਲਈ ਕਾਂਗੜ ਨੂੰ ਹੁਣ 31 ਮਈ ਨੂੰ ਤਲਬ ਕੀਤਾ ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ ਵਿੱਚ ਕਿ ਆਓ ਆ ਕੇ ਤੁਸੀਂ ਆਪਣਾ ਸਾਰੇ ਵੇਰਵੇ ਜਿਹੜਾ ਪਰਫਾਰਮਾ ਤੁਹਾਨੂੰ ਦਿੱਤਾ ਉਹਨੂੰ ਭਰ ਕੇ ਲੈ ਕੇ ਆਓ। ਦੂਜੇ ਪਾਸੇ ਜਿਹੜੇ ਬਲਵੀਰ ਸਿੰਘ ਸਿੱਧੂ ਹੈ, ਜੀ ਇਹ ਆਪਾਂ ਨੂੰ ਪਤਾ ਵੀ ਮੋਹਾਲੀ ਤੋਂ ਐਮਐਲਏ ਹੁੰਦੇ ਸੀ, ਮੋਹਾਲੀ ਤੋਂ ਵਜ਼ੀਰ ਬਣੇ ਹੋਏ ਸੀ। ਇਹਨਾਂ ਦੇ ਖਿਲਾਫ ਤੇ ਇਹਨਾਂ ਦੇ ਭਰਾ ਦੇ ਖਿਲਾਫ ਵੀ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲਦੇ ਹੈ। ਇਹਦੇ ਤੋਂ ਇਲਾਵਾ ਹੋਰ ਵੀ ਕੀ ਕਿਸਮ ਦੇ ਇਹਨਾਂ ਦੇ ਖਿਲਾਫ ਕੇਸ ਦਾ ਮਤਲਬ ਕੇਸ ਚੱਲਣ ਦਾ ਭਾਵ ਇਹ ਨਹੀਂ ਕਿ ਮੁਕੱਦਮੇ ਦਰਜ ਹੋ ਗਏ, ਜੀ ਇਹ ਪੜਤਾਲਾਂ ਚੱਲ ਰਹੀਆਂ। ਪੜਤਾਲਾਂ ਦੇ ਰੂਪ ਦੇ ਵਿੱਚ ਇਹਨਾਂ ਕੇਸਾਂ ਦੀ ਗੱਲ ਆਉਂਦੀ ਹੈ। ਉਹਨਾਂ ਪੜਤਾਲਾਂ ਦੇ ਵਿੱਚ ਇਹਨਾਂ ਨੂੰ ਵੀ ਬੁਲਾਇਆ ਸੀ। ਇਹਨਾਂ ਦਾ ਭਰਾ ਹੈ ਅਮਰਜੀਤ ਸਿੰਘ ਜੀਤੀ, ਪਿਛਲੇ ਦਿਨਾਂ ਦੇ ਵਿੱਚ ਉਹਨੂੰ ਵੀ ਬੁਲਾਇਆ ਸੀ ਜੀ ਤੇ ਹੁਣ 2 ਜੂਨ ਨੂੰ ਇਹਨਾਂ ਨੂੰ ਵੀ ਤਲਬ ਕੀਤਾ ਕਿ ਆਓ ਜੀ ਹੁਣ ਤੁਸੀਂ ਆਓ। ਹੁਣ ਇਹਨਾਂ ਨੇ ਕਾਂਗੜ ਨੇ 31 ਮਈ ਨੂੰ ਆਉਣਾ, ਇਹਨੇ 2 ਜੂਨ ਨੂੰ ਆਉਣਾ। ਉਹ ਤੋਂ ਬਾਅਦ ਫਿਰ ਉਹ ਫੈਸਲਾ ਕੀ ਕਰਦੇ ਹੈ ਜੀ। ਇਹ ਆਪਾਂ ਦੇਖਾਂਗੇ ਕਿ ਸੈਟੀਸਫਾਈ ਵਿਜੀਲੈਂਸ ਇਹਨਾਂ ਤੋਂ ਹੁੰਦੀ ਹੈ ਜਾਂ ਇਹਨਾਂ ਤੋਂ ਹੋਰ ਵੇਰਵੇ ਲਏ ਜਾਂਦੇ ਹੈ। ਜੇ ਵੇਰਵੇ ਨਹੀਂ ਦਿੰਦੇ ਤਾਂ ਅਗਲੀ ਕਾਰਵਾਈ ਕੀ ਹੁੰਦੀ ਹੈ, ਕੀ ਉਹਨਾਂ ਦੀ ਕੋਈ ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਹੁੰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਪਰ ਹੁਣ ਦੋਵਾਂ ਨੂੰ ਤਲਬ ਕਰ ਲਿਆ ਜੀ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਫਰੀਦਕੋਟ ਤੋਂ ਨਾਭਾ ਜੇਲ੍ਹ ਭੇਜ ਦਿੱਤੇ ਗਏ ਨੇ ਜੀ, ਇਹਨਾਂ ਬਾਰੇ ਕੀ ਅਪਡੇਟਸ ਹੈ ਜੀ? ਬਸ ਇੱਕ ਉਹ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਵੀ ਕਹਾਣੀ ਇਹੋ ਹੀ ਹੈ ਜੀ। ਉਹਨਾਂ ਦੇ ਖਿਲਾਫ ਵੀ ਇਹ ਹੈ ਇਲਜ਼ਾਮ ਕਿ ਉਹਨਾਂ ਨੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਈ ਹੈ ਜੀ। ਔਰ ਪਿਛਲੇ ਦਿਨੀ ਉਹਨਾਂ ਨੂੰ ਵਾਰ-ਵਾਰ ਵਿਜੀਲੈਂਸ ਵੱਲੋਂ ਬੁਲਾਇਆ ਜਾਂਦਾ ਸੀ। ਬੁਲਾਉਣ ਤੋਂ ਬਾਅਦ ਉਹਨਾਂ ਦੇ ਬਿਆਨ ਵਗੈਰਾ ਲਏ ਜਾਂਦੇ ਸੀ, ਉਹਨਾਂ ਦੀ ਜਾਇਦਾਦ ਦੇ ਵੇਰਵੇ ਪੁੱਛੇ ਜਾਂਦੇ ਸੀ, ਵੇਰਵੇ ਵਗੈਰਾ ਦਿੰਦੇ ਸੀ। ਔਰ ਢਿੱਲੋਂ ਸਾਹਿਬ ਹਮੇਸ਼ਾ ਹੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਾਡਾ ਤਾਂ ਪਰਿਵਾਰਕ ਕਾਰੋਬਾਰ ਬਹੁਤ ਪੁਰਾਣਾ ਹੈ, ਅਸੀਂ ਤਾਂ ਬਹੁਤ ਮਜ਼ਬੂਤ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ, ਸਾਡੇ ਕੋਲ ਸਾਰੇ ਸੋਰਸਿਸ ਜਿਹੜੇ ਹੈਗੇ ਸੋਰਸਿਸ ਤੋਂ ਬਾਅਦ ਜਾਇਦਾਦ ਹੀ ਹੈ ਨਹੀਂ ਜੀ। ਜਿੰਨੀ ਵੀ ਜਾਇਦਾਦ ਹੈਗੀ ਹੈ ਤੇ ਉਹ ਸਾਰੀ ਦੀ ਸਾਰੀ ਜਾਇਦਾਦ ਦੇ ਜਿਹੜੇ ਵੇਰਵੇ ਹੈ, ਜਿਹੜੇ ਲਿਖਤ ਵੇਰਵੇ ਹੈ ਜੀ, ਉਹਦੀਆਂ ਜਿਹੜੀਆਂ ਹੈਗੀਆਂ ਬਕਾਇਦਾ ਅਸੀਂ ਇਨਕਮ ਟੈਕਸ ਭਰਦੇ ਰਹੇ ਹਾਂ। ਔਰ ਜਿਹੜੇ ਹੈਗੀਆਂ ਉਹਨਾਂ ਦਾ ਹਿਸਾਬ ਕਿਤਾਬ 1-1 ਰੁਪਈਏ ਦਾ ਰੱਖਿਆ ਹੋਇਆ ਹੈ। ਜੋ ਵਿਜੀਲੈਂਸ ਬਿਊਰੋ ਮੈਥੋਂ ਮੰਗ ਰਹੀ ਹੈ ਤੇ ਮੈਂ ਉਹਨਾਂ ਨੂੰ ਦੇਣਾ ਹੈ। ਲੇਕਿਨ ਵਿਜੀਲੈਂਸ ਬਿਊਰੋ ਨੇ ਫਿਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਨਕੁਆਇਰੀ ਵਾਸਤੇ ਤਲਬ ਕੀਤਾ ਸੀ। ਉਹ ਗਏ ਤੇ ਵਿਜੀਲੈਂਸ ਬਿਊਰੋ ਨੇ ਕਿਹਾ ਕਿ ਅਸੀਂ ਇਹਨਾਂ ਦੀ ਜਿਹੜੀ ਹੈਗੀ ਹੈ, ਜਿਹੜੇ ਇਹਨਾਂ ਨੂੰ ਸਵਾਲ ਪੁੱਛਦੇ ਆ, ਇਹ ਉਹਨਾਂ ਸਵਾਲਾਂ ਦੇ ਵਾਜਬ ਜਵਾਬ ਨਹੀਂ ਦਿੰਦੇ, ਢੁਕਵੇਂ ਜਵਾਬ ਨਹੀਂ ਦਿੰਦੇ, ਇਸ ਲਈ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਜ਼ਰੂਰੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਮੇਰਾ ਖਿਆਲ ਹੈ ਵੀ 7-8 ਦਿਨ ਉਹ ਰਿਮਾਂਡ ਦੇ ਵਿੱਚ ਰਹੇ ਹੈ। 2 ਵਾਰੀ ਉਹਨਾਂ ਦਾ ਰਿਮਾਂਡ ਹੋਇਆ ਸੀ। ਫਿਰ ਉਹਨੂੰ ਜੇਲ੍ਹ ਭੇਜਣ ਦਾ ਹੁਕਮ ਹੋ ਗਿਆ ਸੀ ਕਿ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਮੁੱਢ 'ਚ ਖਬਰਾਂ ਇਹ ਆ ਗਈਆਂ ਸੀ ਕਿ ਸ਼ਾਇਦ ਉਹਨਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ, ਲੇਕਿਨ ਹੁਣ ਸਪਸ਼ਟ ਹੋਇਆ ਕਿ ਪਟਿਆਲਾ ਨਹੀਂ, ਉਹਨਾਂ ਨੂੰ ਅਸਲ ਦੇ ਵਿੱਚ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੀ। ਹੁਣ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਫਿਰ ਉਹਨਾਂ ਨੂੰ ਤਬਦੀਲ ਕਰਨ ਦੀ ਗੱਲ ਆਈ। ਆਪਾਂ ਇਹ ਜਾਣਦੇ ਹਾਂ
ਕਿ ਜਿਹੜੀਆਂ ਪੰਜਾਬ ਦੇ ਮਾਲਵਾ ਖਿੱਤੇ ਦੀਆਂ ਜੇਲ੍ਹਾਂ ਹੈ, ਇਹਨਾਂ ਜੇਲ੍ਹਾਂ ਦੇ ਵਿੱਚ ਬੜੇ ਖਤਰਨਾਕ ਲੋਕ ਬੈਠੇ ਹੋਏ ਹੈ ਜੀ ਤੇ ਵਿਜੀਲੈਂਸ ਬਿਊਰੋ ਦਾ ਤੇ ਜਿਹੜਾ ਹੈਗਾ ਅਦਾਲਤਾਂ ਦਾ ਆਮ ਤੌਰ ਤੇ ਨਜ਼ਰੀਆ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਜਿਸ ਇਲਾਕੇ ਨੂੰ ਬਿਲੋਂਗ ਕਰਦਾ ਉਸ ਇਲਾਕੇ ਦੀ ਜੇਲ੍ਹ ਵਿੱਚ ਨਾ ਜਾਵੇ ਤਾਂ ਚੰਗੀ ਗੱਲ ਹੈ, ਜੀ ਕਿਉਂਕਿ ਅਕਸਰ ਉਹਨਾਂ ਇਲਾਕਿਆਂ ਦੇ ਲੋਕ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ, ਉਹ ਲੋਕ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਹੈ ਉਹਨਾਂ ਜੇਲ੍ਹਾਂ ਦੇ ਵਿੱਚ ਬੰਦ ਹੁੰਦੇ ਹੈ ਔਰ ਉਹ ਉਹਨਾਂ ਦੇ ਨਾਲ ਕੋਈ ਮਿਸਬਿਹੇਵ ਕਰ ਸਕਦੇ ਆ, ਕੋਈ ਉੱਥੇ ਮਾਰ ਕੁਟਾਈ ਕਰ ਸਕਦੇ ਆ, ਜੀ ਇਸ ਲਈ ਉਹਨਾਂ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੰਦੇ ਹੁੰਦੇ ਹੈ। ਇਹਨਾਂ ਨੂੰ ਜਿਹੜੇ ਢਿੱਲੋਂ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਨੂੰ ਪਟਿਆਲਾ ਜੇਲ੍ਹ ਭੇਜਿਆ ਜਾਵੇ, ਜੀ ਲੇਕਿਨ ਜਿਹੜੀ ਅਦਾਲਤ ਇਸ ਗੱਲ ਦੇ ਉੱਤੇ ਅਦਾਲਤ ਨੇ ਨਹੀਂ ਭੇਜਣਾ, ਇਹਦਾ ਜੇਲ੍ਹ ਵਿਭਾਗ ਨੇ ਭੇਜਣਾ। ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਉਹਨਾਂ ਨੂੰ ਭੇਜ ਦਿੱਤਾ। ਜੀ ਉਹ ਜੁਡੀਸ਼ੀਅਲ ਰਿਮਾਂਡ ਤੇ ਚਲੀਏ ਗਏ ਤੇ ਉਹਨਾਂ ਨੂੰ ਕਿੱਥੇ ਰੱਖਣਾ ਹੈ, ਇਹ ਅਧਿਕਾਰ ਅੱਗੇ ਜਿਹੜਾ ਹੈਗਾ ਜੇਲ੍ਹ ਵਿਭਾਗ ਕੋਲੇ ਹੁੰਦਾ ਹੈ। ਜੀ ਜੇਲ੍ਹ ਵਿਭਾਗ ਵਾਲਿਆਂ ਦੇ ਕੋਲੇ ਜਦੋਂ ਹੁਣ ਇਹ ਗਿਆ ਮਾਮਲਾ ਤੇ ਉਹਨਾਂ ਨੇ ਫਿਰ ਦੇਖਿਆ ਕਿ ਨਹੀਂ, ਅਸੀਂ ਨਹੀਂ ਇਹਨਾਂ ਨੂੰ ਇੱਥੇ ਭੇਜਣਾ। ਜੀ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਨਾਭਾ ਜੇਲ੍ਹ ਭੇਜ ਦਿੱਤਾ ਹੁਣ। ਜੀ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਇਹ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਦਲਬੀਰ ਬਰਾੜ ਇੱਥੇ ਹੀ ਖਤਮ ਕਰਨ ਦੀ ਚਾਹੁੰਦਾ। ਆਗਿਆ, ਰੱਬ ਰਾਖਾ।